ਫਰੀडम ਆਫ ਸਪੀਚ ਦੇ ਤਹਿਤ ਸੰਵਿਧਾਨਕ ਤੌਰ ਦੇ ਉੱਪਰ ਕੀ ਕਿਸੇ ਖਾੜਕੂ ਦੇ ਬੱਚੇ ਨੂੰ ਕਿਸੇ ਚੈਨਲ ਤੇ ਆਪਣੀ ਗੱਲ ਰੱਖਣ ਦਾ ਅਧਿਕਾਰ ਨਹੀਂ ਹੈ। ਤੁਹਾਨੂੰ ਇੱਕ ਇੰਟਰਵਿਊ ਦੇ ਅੰਦਰ ਇੱਕ ਬੱਚੇ ਨੇ ਆਪਣੇ ਪਿਓ ਦੀ ਗੱਲ ਕੀਤੀ ਹੈ, ਉਹ ਤੁਹਾਨੂੰ ਦਿਸ ਪਈ, ਤੁਹਾਨੂੰ ਸਾਡੀਆਂ ਸੀਮਾਵਾਂ ਨਹੀਂ ਦੱਸੀ। ਮੈਨੂੰ ਦੁੱਖ ਲੱਗਾ ਇਸ ਗੱਲ ਦਾ। ਲਿਖਣ ਦਾ ਬੋਲਣ ਦਾ ਅਧਿਕਾਰ ਹੈ, ਸਾਨੂੰ ਸੰਵਿਧਾਨ ਨੇ ਦਿੱਤਾ, ਉਹ ਅਸੀਂ ਆਪਣੀ ਵਰਤੋਂ ਕਰਦੇ ਰਹਾਂਗੇ। ਸੁਣਿਆ ਸੀ ਕਿ ਵਕਤ ਦੇ ਹਾਕਮ ਦੇ ਮੂੰਹ ਦੇ ਵਿੱਚੋਂ ਨਿਕਲੇ ਕੋਈ ਬੋਲ ਕਾਨੂੰਨ ਬਣ ਜਾਂਦੇ ਨੇ। ਅੱਜ ਵੇਖਣਾ ਹੀ ਰਹਿ ਗਿਆ, ਦੇਖ ਲੈਂਦੇ ਹਾਂ। ਗੱਲ ਤੁਸੀਂ ਕੀਤੀ ਹੈ ਸੰਵਿਧਾਨਕ ਤੌਰ ਦੇ ਉੱਪਰ ਕਿ ਦਿੱਲੀ ਵਿੱਚ ਹੋਇਆ ਕਤਲੇਆਮ ਸੰਵਿਧਾਨਕ ਸੀ, ਗਨ ਪਾਊਡਰ ਜਾਰੀ ਕਰਨਾ ਸੰਵਿਧਾਨਕ ਸੀ, ਵੋਟ ਲਿਸਟ ਜਾਰੀ ਕਰਕੇ ਸਿੱਖਾਂ ਦੇ ਘਰਾਂ ਨੂੰ ਬਕਾਇਦਾ ਨਿਸ਼ਾਨਾ ਬਣਾਇਆ ਜਾਣਾ ਵੀ ਇਹ ਸਿੱਖਾਂ ਦਾ ਘਰ ਹੈ, ਇਹ ਸੰਵਿਧਾਨਕ ਸੀ। ਸਾਡੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਕੇ ਸੜਕਾਂ ਤੇ ਦੁਲਾਇਆ ਜਾਣਾ, ਇਹ ਸੰਵਿਧਾਨਕ ਸੀ। ਸਰਦਾਰ ਰਵਨੀਤ ਸਿੰਘ ਬਿੱਟੂ ਜੀ 6 ਜੂਨ 1984 ਤੱਕ ਆਰਟੀਆਈ ਦੇ ਖੁਲਾਸੇ ਦੇ ਮੁਤਾਬਕ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉੱਪਰ ਇੱਕ ਵੀ ਮੁਕੱਦਮਾ, ਇੱਕ ਵੀ FIR ਕਿਸੇ ਵੀ ਥਾਣੇ ਵਿੱਚ ਦਰਜ ਨਹੀਂ ਸੀ। ਬਾਬਾ ਜਰਨੈਲ ਸਿੰਘ ਜੀ ਬਾਰੇ ਤੁਸੀਂ ਆਪਣਾ ਕੀ ਸਪਸ਼ਟੀਕਰਨ ਰੱਖਦੇ ਹੋ? ਤੁਸੀਂ ਲੁਧਿਆਣੇ ਦੇ MP ਹੋਣ ਦੇ ਨਾਤੇ MP ਕੋਟੇ ਦੇ ਵਿੱਚੋਂ ਵੀ ਇੱਕ ਸੈਨੀਟਾਈਜ਼ ਕਰਨ ਵਾਲੀ ਮਸ਼ੀਨ ਨਹੀਂ ਲੈ ਸਕੇ। ਅਸੀਂ ਆਪਣੀ ਫੇਸ ਵੈਲਿਊ ਦੇ ਉੱਪਰ ਉਸੇ ਹੀ ਪਾਸੀ ਪਰਿਵਾਰਾਂ ਦੇ ਕੋਲੋਂ ਉਹ ਮਸ਼ੀਨ ਲੈ ਕੇ ਤੇ ਪੰਜਾਬ ਦੇ ਲੁਧਿਆਣੇ ਤੋਂ ਸ਼ੁਰੂ ਕਰਕੇ ਪੰਜਾਬ ਦੇ ਕੋਨੇ-ਕੋਨੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਕੇ ਆਏ ਹਾਂ। ਜਦੋਂ ਸਾਡੀ ਗੱਡੀ ਦੀ ਡਿੱਗੀ ਖੋਲਦੇ ਆ ਨਾ ਤੇ ਰਾਸ਼ਨ ਇੰਨਾ ਕੁ ਪਿਆ ਹੁੰਦਾ ਹੈ, ਹੱਸ ਕੇ ਸਾਨੂੰ ਲੋਕ ਕਹਿੰਦੇ ਨੇ, ਸਾਡੀ ਗੱਡੀ ਵੇਖ ਕੇ ਖੜ ਜਾਂਦੇ ਨੇ, ਰਾਸ਼ਨ ਦੀ ਦੁਕਾਨ ਆ ਗਈ। ਅਸੀਂ ਆਪਣੀਆਂ ਸੇਵਾਵਾਂ ਲੁਧਿਆਣੇ ਦੇ ਵਿੱਚ ਪ੍ਰਦਾਨ ਕਰਦੇ ਪਏ ਹਾਂ। ਦੇਸ਼ ਔਰ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਸਵਾਗਤ ਹੈ ਔਰ ਫਤਿਹ ਦੀ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਅੱਜ ਤੁਹਾਡੇ ਰੂਬਰੂ ਆਉਣਾ ਮੇਰਾ ਬੜਾ ਜ਼ਰੂਰੀ ਸੀ। ਮੈਂ ਸੋਚਦਾ ਸੀ ਸਾਰੇ ਮਾਮਲੇ ਦੀ ਤੁਹਾਨੂੰ ਜਾਣਕਾਰੀ ਦੇ ਦਿਆਂ। ਕੁਝ ਦਿਨ ਪਹਿਲਾਂ ਲੁਧਿਆਣਾ ਦੇ ਮੈਂਬਰ ਆਫ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦਾ ਇੱਕ ਬਿਆਨ ਆਇਆ, ਜਿਸ ਬਿਆਨ ਦੇ ਵਿੱਚ ਉਹਨਾਂ ਨੇ ਅਕਾਲ ਚੈਨਲ ਦੇ ਮਾਲਕ, ਅਕਾਲ ਚੈਨਲ ਦੇ ਪ੍ਰੈਜ਼ੈਂਟਰ, ਅਕਾਲ ਚੈਨਲ ਦੇ ਕੰਟੈਂਟ ਤੇ ਅਕਾਲ ਚੈਨਲ ਦੇ ਗੈਸਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਅਕਾਲ ਚੈਨਲ ਖਾੜਕੂਆਂ ਦੇ ਬੱਚਿਆਂ ਨੂੰ ਉਕਸਾ ਰਿਹਾ, ਉਹਨਾਂ ਨੂੰ ਉਸੇ ਰਾਹ ਦੇ ਉੱਪਰ ਤੋਰਦਾ ਪਿਆ ਕਿ ਤੁਸੀਂ ਵੀ ਆਪਣੇ ਬਾਪ ਦਾਦਿਆਂ ਦੇ ਰਾਹ ਦੇ ਉੱਪਰ ਤੁਰੋ। ਤੇ ਮੈਂ ਪੰਜਾਬ ਦੇ DGP ਸਾਹਿਬ ਨੂੰ ਤੇ ਪੰਜਾਬ ਦੇ CM ਸਾਹਿਬ ਨੂੰ ਇੱਕ ਚਿੱਠੀ ਲਿਖਦਾ ਪਿਆ ਵਾਂ ਰਿਟਨ ਦੇ ਅੰਦਰ ਵੀ ਜਲਦ ਤੋਂ ਜਲਦ ਇਸ ਚੈਨਲ ਦੀਆਂ ਸਾਰੀਆਂ ਕਾਰਵਾਈਆਂ ਬੰਦ ਕਰ ਦਿੱਤੀਆਂ ਜਾਣ। ਮੈਂ ਥੋੜੀ ਜਿਹੀ ਜਾਣਕਾਰੀ ਦੇ ਦੇਣੀ ਚਾਹੁੰਦਾ ਵਾਂ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ, ਕਿਉਂਕਿ ਤੁਸੀਂ ਮੇਰੇ ਤੋਂ 5-6 ਸਾਲ ਵੱਡੇ ਹੋ ਤੇ ਮੈਂ ਤੁਹਾਨੂੰ ਉਹ ਰਿਸਪੈਕਟ ਦਿਆਂਗਾ। ਸਭ ਤੋਂ ਪਹਿਲੀ ਗੱਲ, ਕਾਫੀ ਜਾਣਕਾਰੀਆਂ ਅਧੂਰੀਆਂ ਨੇ, ਉਹਨਾਂ ਜਾਣਕਾਰੀਆਂ ਵਿੱਚ ਥੋੜੀ ਜਿਹੀ ਆਪਾਂ ਦਰੁਸਤਗੀ ਕਰ ਲਈ ਹੈ। ਕਈ ਵਾਰੀ ਐਸਾ ਹੁੰਦਾ ਵੀ ਕਿਸੇ ਨੇ ਗੁੰਮਰਾਹ ਕੀਤਾ ਹੁੰਦਾ ਹੈ, ਅਸੀਂ ਉਹ ਬਿਆਨ ਦੇ ਦਿੰਦੇ ਹਾਂ। ਮੈਂ ਤੁਹਾਨੂੰ ਅਕਾਲ ਚੈਨਲ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦੇ ਦਿਆਂ। ਵੈਸੇ ਤੇ ਅਸੀਂ ਜਵਾਬ ਦੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਹਾਂ, ਅਸੀਂ ਮਾਨਵਤਾ ਦੀ ਸੇਵਾ ਕਰਦੇ ਹਾਂ, ਅਸੀਂ ਵਾਹਿਗੁਰੂ ਨੂੰ ਜਵਾਬਦੇ ਹਾਂ। ਪਰ ਫਿਰ ਵੀ ਮੈਂ ਤੁਹਾਡੀ ਥੋੜੀ ਜਿਹੀ ਦਰੁਸਤਗੀ ਕਰਦੇ ਹਾਂ। ਚੈਨਲ ਕਿੱਥੋਂ ਚੱਲਦਾ ਉਹ ਵੀ ਜਾਣਕਾਰੀਆਂ ਕਾਫੀ ਅਧੂਰੀਆਂ ਸਨ, ਪਰ ਫਿਰ ਵੀ ਮੈਂ ਥੋੜਾ ਜਿਹਾ ਵਾਅਦਾ ਕਰਦੇ ਹਾਂ। ਸਾਡੇ ਅਕਾਲ ਚੈਨਲ ਦੇ ਉੱਪਰ ਹਰ ਵਰਗ, ਹਰ ਸਮੁਦਾਇ, ਹਰ ਧਰਮ ਦਾ ਬੰਦਾ ਆਪਣੀ ਗੱਲ ਆ ਕੇ ਰੱਖ ਸਕਦਾ ਹੈ। ਅਸੀਂ ਕਿਸੇ ਨੂੰ ਨਹੀਂ ਰੋਕਦੇ। ਉਹ ਹਿੰਦੂ ਭਰਾ ਹੋਵੇ, ਮੁਸਲਮਾਨ ਹੋਵੇ, ਬੋਧੀ ਹੋਵੇ, ਜੈਨੀ ਹੋਵੇ, ਈਸਾਈ ਹੋਵੇ, ਕੋਈ ਵੀ ਸੱਜਣ ਆ ਕੇ ਆਪਣੀ ਗੱਲ ਰੱਖ ਸਕਦਾ ਹੈ। ਸੈਕੰਡਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਹਾਂ, ਕੱਲੀ ਗੱਲ ਕੀ ਨਹੀਂ ਰੱਖਦਾ ਇੱਥੇ। ਜੇ ਸਾਡਾ ਪੋਲੀਟੀਕਲ ਪ੍ਰੋਗਰਾਮ ਵੀ ਤੁਸੀਂ ਕਦੀ ਦੇਖੋਗੇ ਤੇ ਸਾਨੂੰ ਤੁਸੀਂ ਕਿਸੇ ਧਿਰ ਨਾਲ ਖੜੇ ਨਹੀਂ ਦਿਸੋਗੇ। ਅਸੀਂ ਸੱਚ ਦੇ ਨਾਲ, ਸਬੂਤਾਂ ਦੇ ਨਾਲ ਤੁਹਾਨੂੰ ਖੜੇ ਮਿਲਾਂਗੇ। ਅਸੀਂ ਕਿਸੇ ਧਿਰ, ਕਿਸੇ ਪਾਰਟੀ ਨਾਲ ਖੜੇ ਨਹੀਂ ਮਿਲਾਂਗੇ। ਉਹ ਸਾਡਾ ਭਾਵੇਂ ਧਾਰਮਿਕ ਪ੍ਰੋਗਰਾਮ ਹੋਵੇ, ਸਾਡਾ ਭਾਵੇਂ ਪੋਲੀਟੀਕਲ ਪ੍ਰੋਗਰਾਮ ਹੋਵੇ, ਅਸੀਂ ਮੰਚ ਦਿੰਦੇ ਹਾਂ। ਹਰ ਸੱਜਣ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਔਰ ਸੈਕੰਡ ਨੰਬਰ ਦੇ ਉੱਪਰ ਆ ਜਾਈਏ, ਗੱਲ ਕਰੀਏ ਆਪਾਂ ਸਰਦਾਰ ਰਸ਼ਪਾਲ ਸਿੰਘ ਛੱਦੜਾ ਜੀ ਦੇ ਬੇਟੇ ਅੰਮ੍ਰਿਤਪਾਲ ਸਿੰਘ ਛੱਦੜਾ ਜੀ ਦੀ, ਜਿਨ੍ਹਾਂ ਨੇ ਇਹਨਾਂ ਨੇ ਉਹ ਹਵਾਲਾ ਦਿੱਤਾ ਵੀ ਉਹਨਾਂ ਨੂੰ ਉਕਸਾਇਆ ਜਾ ਰਿਹਾ। ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਪੁੱਛਣੀ ਚਾਹੁੰਦਾ ਹਾਂ ਤੇ ਔਰ ਦੱਸਣੀ ਵੀ ਚਾਹੁੰਦਾ ਹਾਂ, ਫਰੀडम ਆਫ ਸਪੀਚ ਦੇ ਤਹਿਤ ਸੰਵਿਧਾਨਕ ਤੌਰ ਦੇ ਉੱਪਰ ਕੀ ਕਿਸੇ ਖਾੜਕੂ ਦੇ ਬੱਚੇ ਨੂੰ ਕਿਸੇ ਚੈਨਲ ਤੇ ਆਪਣੀ ਗੱਲ ਰੱਖਣ ਦਾ ਅਧਿਕਾਰ ਨਹੀਂ ਹੈ? ਇੱਕ ਬੱਚੇ ਨੂੰ ਆਪਣੇ ਪਿਓ ਦੀ ਗੱਲ ਕਰਨ ਦਾ ਅਧਿਕਾਰ ਨਹੀਂ ਹੈ? ਫਰੀडम ਆਫ ਪ੍ਰੈਸ ਦੇ ਤਹਿਤ, ਨਿਯਮ ਦੇ ਤਹਿਤ, ਕਿ ਮੈਨੂੰ ਇੰਟਰਵਿਊ ਕਰਨ ਦਾ ਅਧਿਕਾਰ ਨਹੀਂ ਹੈ?
ਕਿ ਫਰੀडम ਆਫ ਸਪੀਚ ਦੇ ਤਹਿਤ ਉਹਨਾਂ ਨੂੰ ਗੱਲ ਕਰਨ ਦਾ ਅਧਿਕਾਰ ਹੈ, ਫਰੀडम ਆਫ ਪ੍ਰੈਸ ਦੇ ਤਹਿਤ ਮੈਨੂੰ ਇੰਟਰਵਿਊ ਕਰਨ ਦਾ ਅਧਿਕਾਰ ਹੈ, ਤੇ ਉਹ ਆਪਣੀ ਗੱਲ ਰੱਖ ਸਕਦੇ ਨੇ। ਔਰ ਨਾਲੇ ਜਿਸ ਰਛਪਾਲ ਸਿੰਘ ਛੰਦੜਾ ਜੀ ਦੇ ਬੇਟੇ ਅੰਮ੍ਰਿਤਪਾਲ ਸਿੰਘ ਛੰਦੜਾ ਜੀ ਦੀ ਗੱਲ ਚੱਲੀ ਹੈ, ਉਹ ਅੰਮ੍ਰਿਤਪਾਲ ਸਿੰਘ ਛੰਦੜਾ ਸਰਦਾਰ ਸਿਮਰਨਜੀਤ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਪ੍ਰੈਜ਼ੀਡੈਂਟ ਵੀ ਨੇ, ਔਰ ਉਹ ਪਾਰਟੀ ਲੋਕਤੰਤਰ ਦੇ ਅੰਦਰ ਸੰਵਿਧਾਨਕ ਤੌਰ ਤੇ ਆਪਣੀ ਰਾਜ ਸ਼ਕਤੀ ਵਾਲੇ ਪਾਸੇ ਲੜਾਈ ਲੜਦੀ ਹੈ। ਉਹਨਾਂ ਨੇ ਕਦੀ ਹਥਿਆਰਬੰਦ ਲੜਾਈ ਨਹੀਂ ਲੜੀ। ਫਿਰ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਇਸ ਚੈਨਲ ਦੇ ਉੱਪਰ ਖਾੜਕੂਆਂ ਦੇ ਬੱਚੇ ਨੂੰ ਉਕਸਾਇਆ ਜਾ ਰਿਹਾ ਹੈ, ਜਦਕਿ ਉਹ ਇੱਕ ਪਾਰਟੀ ਦੇ ਯੂਥ ਪ੍ਰੈਜ਼ੀਡੈਂਟ ਨੇ ਤੇ ਉਹ ਪਾਰਟੀ ਲੋਕਤੰਤਰ ਦੇ ਅੰਦਰ ਵੋਟ ਰਾਜ ਦੇ ਨਾਲ ਆਪਣੀ ਰਾਜ ਸ਼ਕਤੀ ਵਾਲੇ ਪਾਸੇ ਦੀ ਪ੍ਰਾਪਤੀ ਦਾ ਸੁਪਨਾ ਲੈ ਕੇ ਬੈਠੀ ਹੈ। ਹੁਣ ਸਵਾਲ ਇੱਕ ਆ ਗਿਆ, ਫਿਰ ਇਹਨਾਂ ਨੇ ਅਗਲਾ ਜ਼ਿਕਰ ਕੀਤਾ ਵੀ ਉਹਨਾਂ ਦੇ ਇਸ ਤਰ੍ਹਾਂ ਕਾਰਵਾਈਆਂ ਪਈਆਂ, ਇਸ ਤਰ੍ਹਾਂ। ਉਹਦਾ ਸਾਰਾ ਜਵਾਬ ਤੇ ਉਹਨਾਂ ਦਾ ਬੇਟਾ ਹੈ ਜਾਂ ਪਾਰਟੀ ਹੈ। ਪਰ ਮੈਂ ਤੁਹਾਨੂੰ ਥੋੜੀ ਜਿਹੀ ਦੁਰਸਤਗੀ ਕਰਦੇ ਹਾਂ। ਤੁਸੀਂ ਜ਼ਿਕਰ ਕੀਤਾ ਵੀ ਇੰਨੇ ਮੁਕੱਦਮੇ ਦਰਜ ਸਨ। ਸਰਦਾਰ ਰਵਨੀਤ ਸਿੰਘ ਬਿੱਟੂ ਜੀ 6 ਜੂਨ 1984 ਤੱਕ ਆਰਟੀਆਈ ਦੇ ਖੁਲਾਸੇ ਦੇ ਮੁਤਾਬਕ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉੱਪਰ ਇੱਕ ਵੀ ਮੁਕੱਦਮਾ, ਇੱਕ ਵੀ FIR ਕਿਸੇ ਵੀ ਥਾਣੇ ਵਿੱਚ ਦਰਜ ਨਹੀਂ ਸੀ। ਬਾਬਾ ਜਰਨੈਲ ਸਿੰਘ ਜੀ ਬਾਰੇ ਤੁਸੀਂ ਆਪਣਾ ਕੀ ਸਪਸ਼ਟੀਕਰਨ ਰੱਖਦੇ ਹੋ? ਉਹਨਾਂ ਦੇ ਉੱਪਰ ਤੇ ਕੋਈ FIR ਨਹੀਂ ਸੀ, ਆਰਟੀਆਈ ਦਾ ਖੁਲਾਸਾ ਹੈ, ਕੋਈ ਮੁਕੱਦਮਾ ਦਰਜ ਨਹੀਂ ਸੀ 6 ਜੂਨ 1984 ਤੱਕ। ਕੀ ਤੁਸੀਂ ਆਪਣੇ ਇਹ ਸਪਸ਼ਟ ਕਰ ਸਕਦੇ ਹੋ ਕਿ ਬਾਬਾ ਜਰਨੈਲ ਸਿੰਘ ਇੱਕ ਸੱਚੇ ਸੁੱਚੇ ਸੰਤ ਸਨ, ਉਹਨਾਂ ਨੇ ਕੌਮ ਦੀ ਲੜਾਈ ਲੜੀ ਹੈ? ਔਰ ਥੋੜੇ ਜਿਹਾ ਇਸ ਤੋਂ ਮੈਂ ਅੱਗੇ ਚੱਲ ਪਵਾਂ। ਫਰੀडम ਆਫ ਸਪੀਚ ਦੇ ਤਹਿਤ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ, ਰੱਖਣ ਦਾ ਅਧਿਕਾਰ ਹੈ। ਔਰ ਤੁਸੀਂ ਅਗਲੀ ਗੱਲ ਕੀਤੀ ਸੀ ਕਿ ਸੀਮਾਵਾਂ, ਇਹਨਾਂ ਨੂੰ ਵੀ ਚਾਹੀਦਾ ਰਵੀ ਸਿੰਘ ਜੀ ਵਾਂਗੂ ਸੀਮਾਵਾਂ, ਉਬਰਾਏ ਜੀ ਵਾਂਗੂ ਸੀਮਾਵਾਂ। ਤੁਸੀਂ ਦੋ ਸ਼ਖਸੀਅਤਾਂ ਦੇ ਨਾਮ ਲਏ ਨੇ, ਮੈਂ ਦੋਵਾਂ ਸ਼ਖਸੀਅਤਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਦਾ ਵਾਂ। ਇਹਨਾਂ ਦੀਆਂ ਸਲਾਮਾਂ ਸੇਵਾਵਾਂ ਬੜੀਆਂ ਸ਼ਲਾਘਾਯੋਗ ਹਨ, ਪਰ ਅਕਾਲ ਚੈਨਲ ਦੀ ਅਕਾਲ ਏਡ ਦੀਆਂ ਸੇਵਾਵਾਂ ਵੀ ਦੇਖੀਆਂ ਜਾਣ। ਥੋੜੀ ਜਿਹੀ ਜਾਣਕਾਰੀ ਹੋਰ ਦੇ ਦਿਆਂ। ਤੁਸੀਂ ਲੁਧਿਆਣੇ ਦੇ MP ਹੋਣ ਦੇ ਨਾਤੇ MP ਕੋਟੇ ਦੇ ਵਿੱਚੋਂ ਵੀ ਇੱਕ ਸੈਨੀਟਾਈਜ਼ ਕਰਨ ਵਾਲੀ ਮਸ਼ੀਨ ਨਹੀਂ ਲੈ ਸਕੇ। ਅਸੀਂ ਆਪਣੀ ਫੇਸ ਵੈਲਿਊ ਦੇ ਉੱਪਰ ਉਸੇ ਹੀ ਪਾਸੀ ਪਰਿਵਾਰਾਂ ਦੇ ਕੋਲੋਂ ਉਹ ਮਸ਼ੀਨ ਲੈ ਕੇ ਤੇ ਪੰਜਾਬ ਦੇ ਲੁਧਿਆਣੇ ਤੋਂ ਸ਼ੁਰੂ ਕਰਕੇ ਪੰਜਾਬ ਦੇ ਕੋਨੇ-ਕੋਨੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਕੇ ਆਏ ਹਾਂ। ਇਸ ਗੱਲ ਦੇ ਸਬੂਤ ਮਾਨਯੋਗ ਲੁਧਿਆਣਾ ਦੇ DC ਸਾਹਿਬ ਨੇ, ਮਾਨਯੋਗ ਅੰਮ੍ਰਿਤਸਰ ਦੇ DC ਸਾਹਿਬ ਨੇ, ਬਠਿੰਡਾ ਦੇ DC ਸਾਹਿਬ ਨੇ। ਅਸੀਂ ਤਖਤਾਂ ਦੇ ਉੱਪਰ ਵੀ ਗਏ ਹਾਂ, ਧਾਰਮਿਕ ਸਥਾਨਾਂ ਦੇ ਉੱਪਰ ਵੀ ਗਏ ਹਾਂ, ਪਿੰਡਾਂ ਤੇ ਸ਼ਹਿਰਾਂ ਵਿੱਚ ਵੀ ਗਏ ਹਾਂ। ਫਿਲਹਾਲ ਅੱਜ ਦੀ ਡੇਟ ਤੱਕ ਵੀ ਡਰਾਈਵਰ, ਮਸ਼ੀਨ ਅਤੇ ਟਰੈਕਟਰ ਸਾਡੇ ਕੋਲ ਹੈ ਔਰ ਸੇਵਾਵਾਂ ਸਾਡੀਆਂ ਲਗਾਤਾਰ ਚੱਲਦੀਆਂ ਪਈਆਂ ਨੇ। ਲੁਧਿਆਣੇ ਦੇ ਵਿੱਚ ਸੇਵਾਵਾਂ ਹੋਈਆਂ ਨੇ। ਲੁਧਿਆਣੇ ਦੇ ਵਿੱਚ ਜਮਾਲਪੁਰ ਏਰੀਆ ਦੇ ਵਿੱਚ ਅਸੀਂ 4 ਵਾਰ ਇੱਕ ਕਲੋਨੀ ਦੇ ਵਿੱਚ ਰਾਸ਼ਨ ਵੰਡ ਕੇ ਆਏ ਹਾਂ, ਕਿਉਂਕਿ ਸਾਨੂੰ ਪਤਾ ਲੱਗਾ ਸੀ ਸਾਡੇ ਉੱਥੇ ਐਸੀ ਭਰਾ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਸਨ, ਉਹਨਾਂ ਦਾ ਕੰਮ ਬੰਦ ਹੋ ਗਿਆ ਤੇ ਕੰਮ ਬੰਦ ਹੋਣ ਕਰਕੇ ਹੈਂਡ ਟੂ ਮਾਊਥ ਸੀ, ਇਸ ਕਰਕੇ ਬੜੀ ਵੱਡੀ ਦਿੱਕਤ ਆਈ। ਅਸੀਂ 4 ਵਾਰ ਜਮਾਲਪੁਰ ਏਰੀਏ ਦੇ ਅੰਦਰ, 2 ਵਾਰ ਉਸ ਦੰਗਾ ਪੀੜਤ ਕਲੋਨੀ ਜਿਸ ਨੂੰ ਕਿਹਾ ਜਾਂਦਾ, ਭਾਵੇਂ MIG ਫਲੈਟਸ ਕਿਹਾ ਜਾਂਦਾ ਪਰ ਪ੍ਰਚਲਿਤ ਤੌਰ ਦੇ ਉੱਪਰ ਦੰਗਾ ਪੀੜਤ ਕਲੋਨੀ ਕਿਹਾ ਜਾਂਦਾ ਹੈ, ਅਸੀਂ 2 ਵਾਰ ਉੱਥੇ ਵੀ ਰਾਸ਼ਨ ਵੰਡ ਕੇ ਆਏ ਹਾਂ ਜਿੰਨੀ ਕੁ ਸਾਡੀ ਯੋਗਤਾ ਸੀ। ਔਰ ਗਜ਼ਬ ਗੱਲ ਹੈ ਵੀ ਤੁਸੀਂ ਲੁਧਿਆਣੇ ਦੇ ਮੈਂਬਰ ਆਫ ਪਾਰਲੀਮੈਂਟ ਹੋ ਔਰ ਅਸੀਂ ਲੁਧਿਆਣੇ ਦੇ ਵਿੱਚ ਏਡੇ ਵੱਡੇ ਪੱਧਰ ਦੀਆਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਪਏ ਹਾਂ। ਤੁਹਾਨੂੰ ਇੱਕ ਇੰਟਰਵਿਊ ਦੇ ਅੰਦਰ ਇੱਕ ਬੱਚੇ ਨੇ ਆਪਣੇ ਪਿਓ ਦੀ ਗੱਲ ਕੀਤੀ ਹੈ, ਉਹ ਤੁਹਾਨੂੰ ਦਿਸ ਪਈ, ਤੁਹਾਨੂੰ ਸਾਡੀਆਂ ਸੇਵਾਵਾਂ ਨਹੀਂ ਦੱਸੀਆਂ। ਮੈਨੂੰ ਦੁੱਖ ਲੱਗਾ ਇਸ ਗੱਲ ਦਾ। ਜਿਸ ਦਿਨ ਤੋਂ ਲਾਕਡਾਊਨ ਹੋਇਆ, ਜਿਸ ਦਿਨ ਤੋਂ ਕਰਫਿਊ ਲੱਗਾ, ਅਸੀਂ ਉਸ ਦਿਨ ਤੋਂ ਆਪਣੀਆਂ ਸੇਵਾਵਾਂ ਲਗਾਤਾਰ ਚਾਲੂ ਕੀਤੀਆਂ। ਸਾਡੀ ਗੱਡੀ ਨੂੰ ਕੋਈ ਗੱਡੀ ਨਹੀਂ ਕਹਿੰਦਾ। ਜਦੋਂ ਸਾਡੀ ਗੱਡੀ ਦੀ ਡਿੱਗੀ ਖੋਲਦੇ ਆ ਨਾ ਤੇ ਰਾਸ਼ਨ ਇੰਨਾ ਕੁ ਪਿਆ ਹੁੰਦਾ ਹੈ, ਹੱਸ ਕੇ ਸਾਨੂੰ ਲੋਕ ਕਹਿੰਦੇ ਨੇ, ਸਾਡੀ ਗੱਡੀ ਵੇਖ ਕੇ ਖੜ ਜਾਂਦੇ ਨੇ, ਰਾਸ਼ਨ ਦੀ ਦੁਕਾਨ ਆ ਗਈ। ਅਸੀਂ ਆਪਣੀਆਂ ਸੇਵਾਵਾਂ ਲੁਧਿਆਣੇ ਦੇ ਵਿੱਚ ਪ੍ਰਦਾਨ ਕਰਦੇ ਪਏ ਹਾਂ। ਜਿਸ ਲੁਧਿਆਣੇ ਦੇ ਵਿੱਚ ਮੈਂ ਰਹਿ ਰਿਹਾ ਹਾਂ, ਜਿਸ ਏਰੀਆ ਵਿੱਚ ਰਹਿ ਰਿਹਾ ਹਾਂ, ਉੱਥੋਂ ਦੇ ਕਾਉਂਸਲਰ ਸਾਹਿਬ ਜਿਹੜੇ ਨੇ ਉਹ ਤੁਹਾਡੀ ਕਾਂਗਰਸ ਪਾਰਟੀ ਦੇ ਨੇ। ਉਹਨਾਂ ਨੂੰ ਪੁੱਛ ਕੇ ਵੇਖੋ ਕਿ ਮੇਰਾ ਕਲੋਨੀ ਦੇ ਵਿੱਚ ਕਿਹੋ ਜਿਹਾ ਰਵੱਈਆ ਕਿ ਮੈਂ ਕਿਹੋ ਜਿਹਾ ਸੇਵਾਵਾਂ ਪ੍ਰਦਾਨ ਕਰਦਾ ਹਾਂ। ਔਰ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਚੱਲਿਆ ਸੀ, ਸਾਡੇ ਕੀ ਯੋਗਦਾਨ ਸਨ? ਅਸੀਂ ਲਗਾਤਾਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਔਰ ਤੁਸੀਂ ਸੇਵਾਵਾਂ ਦੇ ਉੱਪਰ ਸ਼ੱਕ ਕੀਤਾ ਔਰ ਕਹਿ ਦਿੱਤਾ ਵੀ ਇਹਨਾਂ ਨੂੰ ਵੀ ਚਾਹੀਦਾ ਇਹ ਸਾਰੇ ਕੰਮ ਛੱਡ ਕੇ ਸੇਵਾਵਾਂ ਪ੍ਰਦਾਨ ਕਰਨ। ਪਿਛਲੇ ਲਗਾਤਾਰ 1 ਮਹੀਨੇ ਮੈਂ ਆਪਣੇ ਸਟੂਡੀਓ ਵਿੱਚ ਨਹੀਂ ਗਿਆ, ਮੈਂ ਲਗਾਤਾਰ ਸੇਵਾਵਾਂ ਦੇ ਵਿੱਚ ਸਾਂ। ਸੇਵਾਵਾਂ ਦੇ ਵਿੱਚ ਅਸੀਂ ਕਦੀ ਜਲੰਧਰ ਜਾ ਰਹੇ ਹਾਂ, ਕਦੀ ਬਠਿੰਡਾ ਜਾ ਰਹੇ ਹਾਂ, ਕਦੀ ਅੰਮ੍ਰਿਤਸਰ ਸਾਹਿਬ ਜਾ ਰਹੇ ਹਾਂ, ਕਦੀ ਫਤਿਹਗੜ੍ਹ ਸਾਹਿਬ ਜਾ ਰਹੇ ਹਾਂ, ਕਦੀ ਲੁਧਿਆਣੇ ਦੇ ਵਿੱਚ ਆ ਰਹੇ ਹਾਂ। ਥਾਂ ਥਾਂ ਦੇ ਉੱਪਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਪਏ ਹਾਂ। ਔਰ ਲੁਧਿਆਣੇ ਦੇ ਤੁਸੀਂ ਮੈਂਬਰ ਆਫ ਪਾਰਲੀਮੈਂਟ, ਲੁਧਿਆਣੇ ਦੇ ਵਿੱਚ ਅਸੀਂ ਏਡੇ ਵੱਡੇ ਪੱਧਰ ਦੀਆਂ ਸੇਵਾਵਾਂ ਕੀਤੀਆਂ ਔਰ ਤੁਹਾਨੂੰ ਉਹ ਸੇਵਾਵਾਂ ਦਿਸੀਆਂ ਹੀ ਨਹੀਂ। ਕਿਉਂ ਨਹੀਂ ਦਿਸੀਆਂ? ਦਾ ਕਾਰਨ ਕੀ ਹੈ? ਮੈਂ ਕਹਿੰਦਾ ਸਾਡੀਆਂ ਸੇਵਾਵਾਂ ਸਾਨੂੰ ਨਾ ਪੁੱਛੀਆਂ ਜਾਣ, ਬਕਾਇਦਾ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪੁੱਛੀਆਂ ਜਾਣ। ਪ੍ਰਸ਼ਾਸਨਿਕ ਕੈਮਰਿਆਂ ਦੇ ਵਿੱਚੋਂ ਰਿਕਾਰਡ ਦੇਖਿਆ ਜਾਵੇ ਕਿ ਜਦੋਂ ਲੁਧਿਆਣੇ ਦੇ ਵਿੱਚ COVID-19 ਦੇ ਕਰਕੇ ਸਭ ਤੋਂ ਪਹਿਲਾਂ ਲਾਕਡਾਊਨ ਦੀ ਗੱਲ ਚੱਲੀ ਸੀ ਤੇ ਲਾਕਡਾਊਨ ਦੇ ਪਹਿਲੇ ਦਿਨ ਸੈਨੀਟਾਈਜ਼ਰ ਕਿਹਨਾਂ ਨੇ ਵੰਡਿਆ, ਮਾਸਕ ਕਿਹਨਾਂ ਨੇ ਵੰਡੇ, ਗਲਵਜ਼ ਕਿਹਨਾਂ ਨੇ ਵੰਡੇ, ਸੇਫਟੀ ਪੁਆਇੰਟ ਦੀਆਂ ਸਾਰੀਆਂ ਚੀਜ਼ਾਂ ਵੰਡਣ ਦੇ ਲਈ ਘਰ ਦੇ ਵਿੱਚੋਂ ਕੌਣ ਨਿਕਲਿਆ? ਤੇ ਤੁਹਾਨੂੰ ਆਹ ਚਿਹਰੇ ਅਕਾਲ ਏਡ ਦੇ ਸਾਹਮਣੇ ਆਉਣਗੇ।
ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਸੋ ਸਾਡੀਆਂ ਸੇਵਾਵਾਂ ਲਗਾਤਾਰ ਚੱਲਦੀਆਂ ਨੇ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਵਾਬਦੇਹ ਨਹੀਂ ਹਾਂ, ਪਰ ਫਿਰ ਵੀ ਮੈਂ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਚੌਥੀ ਗੱਲ ਤੁਸੀਂ ਕੀਤੀ ਹੈ ਸੰਵਿਧਾਨਕ ਤੌਰ ਦੇ ਉੱਪਰ ਕਿ ਦਿੱਲੀ ਵਿੱਚ ਹੋਇਆ ਕਤਲੇਆਮ ਸੰਵਿਧਾਨਕ ਸੀ, ਗਨ ਪਾਊਡਰ ਜਾਰੀ ਕਰਨਾ ਸੰਵਿਧਾਨਕ ਸੀ। ਇਹ ਤੇ ਸਵਾਲਾਂ ਦੇ ਜਵਾਬ ਤੁਸੀਂ ਆਪਣੀ ਪਾਰਟੀ ਕੋਲੋਂ ਲੈ ਸਕਦੇ ਹੋ, ਔਰ ਮੈਂ ਆਸ ਕਰਦਾ ਹਾਂ ਤੁਸੀਂ ਰਾਸ਼ਟਰਪਤੀ ਨੂੰ ਚਿੱਠੀ ਲਿਖੋਗੇ ਜ਼ਰੂਰ, ਜਿਵੇਂ ਅਕਾਲ ਚੈਨਲ ਬਾਰੇ ਡੀਜੀਪੀ ਸਾਹਿਬ ਨੂੰ ਚਿੱਠੀ ਲਿਖੀ ਹੈ, ਪੰਜਾਬ ਦੇ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਹੈ, ਤੁਸੀਂ ਰਾਸ਼ਟਰਪਤੀ ਨੂੰ ਜ਼ਰੂਰ ਚਿੱਠੀ ਲਿਖੋਗੇ। ਮੈਂ ਆਸ ਕਰਦਾ ਹਾਂ ਕਿ ਉਸ ਵਕਤ ਇੱਕ ਅੰਦਾਜ਼ਾ ਥੋੜਾ ਜਿਹਾ ਫਿਰ ਲਾ ਲਿਆ ਜੇ ਸਾਰੇ ਮੇਰੇ ਵੀਰ ਭੈਣਾਂ ਸੁਣੋ, ਲੋਕ ਅਜੇ ਤੱਕ ਅਬਦਾਲੀ ਮੀਰ ਮੰਨੂ ਨੂੰ ਨਹੀਂ ਭੁੱਲੇ, ਅਸੀਂ 84 ਕਿਵੇਂ ਭੁੱਲ ਜਾਈਏ। ਅੱਜ 84 ਤੇ ਕੀਤੇ ਹੋਏ ਪ੍ਰੋਗਰਾਮਾਂ ਦੇ ਉੱਪਰ ਉਂਗਲ ਉੱਠਦੀ ਪਈ ਹੈ, ਕੱਲ ਨੂੰ ਸਾਡੇ ਸਮਾਗਮਾਂ ਤੇ ਉਂਗਲ ਉੱਠੇਗੀ, ਕੱਲ ਨੂੰ ਸ਼ਹੀਦਾਂ ਦੇ ਦਿਨ ਮਨਾਉਣ ਦੇ ਉੱਪਰ ਉਂਗਲ ਉੱਠੇਗੀ। ਕੌਮ ਕਿਵੇਂ ਬਰਦਾਸ਼ਤ ਕਰੇਗੀ? ਸ਼ਹੀਦਾਂ ਦੇ ਦਿਨ ਮਨਾਉਣਾ ਇਹਨਾਂ ਦਾ ਜਨਮ ਸਿੱਧ ਅਧਿਕਾਰ ਹੈ। ਸਵਾਲ ਆ ਜਾਂਦੇ ਨੇ ਬੜੇ ਵੱਡੇ। ਆਉਣ ਵਾਲੇ ਸਮੇਂ ਸੁਣਿਆ ਸੀ ਕਿ ਵਕਤ ਦੇ ਹਾਕਮ ਦੇ ਮੂੰਹ ਦੇ ਵਿੱਚੋਂ ਨਿਕਲੇ ਕੋਈ ਬੋਲ ਕਾਨੂੰਨ ਬਣ ਜਾਂਦੇ ਨੇ, ਅੱਜ ਵੇਖਣਾ ਹੀ ਰਹਿ ਗਿਆ, ਦੇਖ ਲੈਂਦੇ ਆ। ਤੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੇ ਪੰਜਾਬ ਦੇ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ, ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸਾਡੇ ਚੈਨਲ ਦੇ ਕੰਮਾਂ ਵੱਲ ਨਜ਼ਰ ਮਾਰੀ ਜਾਵੇ। ਕਿੰਨੇ ਲੋਕਾਂ ਨੂੰ ਕੋਵਿਡ-19 ਦੇ ਦੌਰਾਨ ਅਸੀਂ ਜਗ੍ਹਾ ਤੋਂ ਲਿਆਂਦਾ, ਕਿੰਨਿਆਂ ਦੇ ਘਰਾਂ ਦੇ ਵਿੱਚ ਰਾਸ਼ਨ ਪੜਾਏ, ਫਲੱਡ ਦੇ ਦੌਰਾਨ ਕਿੰਨੇ ਲੋਕਾਂ ਦੇ ਘਰ ਬਣਾਏ, ਕਿੰਨੀਆਂ ਬੇਟੀਆਂ ਦੇ ਵਿਆਹ ਕੀਤੇ, ਕਿੰਨੀਆਂ ਵੱਡੀਆਂ ਅਸੀਂ ਸੇਵਾਵਾਂ ਪ੍ਰਦਾਨ ਕੀਤੀਆਂ। ਕੋਵਿਡ-19 ਦੇ ਦੌਰਾਨ ਅਸੀਂ ਇਹੋ ਜਿਹੇ ਵਕਤ ਦੇ ਅੰਦਰ ਬਲੱਡ ਕੈਂਪ ਲਵਾਏ ਤੇ ਕੱਲ 6 ਜੂਨ ਨੂੰ ਸ਼ਹੀਦਾਂ ਦੀ ਯਾਦ ਵਿੱਚ ਫੇਰ ਬਲੱਡ ਕੈਂਪ ਲੱਗ ਰਿਹਾ, ਮੈਂ ਉਹਦਾ ਉਦਘਾਟਨ ਕਰਨ ਦੇ ਲਈ ਜਾ ਰਿਹਾ ਹਾਂ। ਰਘੁਨਾਥ ਹਸਪੀਟਲ ਦੇ ਅੰਦਰ ਥੋੜੇ ਦਿਨ ਪਹਿਲਾਂ ਸਾਨੂੰ ਡਾਕਟਰ ਦੀ ਟੀਮ ਦਾ ਫੋਨ ਆਇਆ ਕਿ ਸਾਡੇ ਕੋਲ ਬਲੱਡ ਅਵੇਲੇਬਲ ਨਹੀਂ ਹੈ ਕਿਉਂਕਿ ਕੋਵਿਡ-19 ਕਰਕੇ ਲੋਕ ਬਲੱਡ ਨਹੀਂ ਦੇ ਰਹੇ। ਅਸੀਂ ਆਪਣੀ ਟੀਮ ਨਾਲ ਗੱਲਬਾਤ ਕੀਤੀ, ਬਕਾਇਦਾ ਉੱਥੇ ਬਲੱਡ ਕੈਂਪ ਲਗਵਾਇਆ। ਕੋਵਿਡ-19 ਦੇ ਦੌਰਾਨ ਸੈਨੀਟਾਈਜ਼ ਕਰਨ ਦੀਆਂ ਸੇਵਾਵਾਂ ਕੀਤੀਆਂ, ਲੁਧਿਆਣਾ ਦੇ ਵਿੱਚ ਬਲੱਡ ਕੈਂਪ ਲਵਾਏ ਗਏ, ਜਗ੍ਹਾ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ, ਰਾਸ਼ਨ ਵੰਡੇ। ਤੇ ਲੁਧਿਆਣਾ ਦੇ ਮੈਂਬਰ ਆਫ ਪਾਰਲੀਮੈਂਟ ਕਹਿੰਦੇ ਨੇ ਕਿ ਇਹਨਾਂ ਨੂੰ ਵੀ ਇਹ ਕੰਮ ਕਰਨਾ ਚਾਹੀਦਾ ਹੈ। ਮੈਂ ਸਰਦਾਰ ਬਿੱਟੂ ਜੀ ਬੇਨਤੀ ਕਰਦੇ ਹਾਂ, ਇਹ ਸਾਰੇ ਕੰਮ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ, ਜਰੂਰ ਇਹਨਾਂ ਕੰਮਾਂ ਵੱਲ ਵੇਖਿਆ ਜਾਵੇ। ਤੇ ਪੰਜਾਬ ਦੇ ਡੀਜੀਪੀ ਸਾਹਿਬ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ, ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੋਵਿਡ-19 ਦੇ ਦੌਰਾਨ ਸਾਡੀਆਂ ਕੀਤੀਆਂ ਹੋਈਆਂ ਸੇਵਾਵਾਂ ਨੂੰ ਜਰੂਰ ਮੱਦੇਨਜ਼ਰ ਰੱਖਿਆ ਜਾਵੇ ਤੇ ਉਹਦੇ ਆਧਾਰ ਦੇ ਉੱਪਰ ਅਗਲੀ ਕਾਰਵਾਈ ਜਾਂ ਫੈਸਲਾ ਲਿਆ ਜਾਵੇ। ਰਹੀ ਗੱਲ ਜਿਹੜੀ ਤੁਸੀਂ ਕੀਤੀ ਹੈ ਸੰਵਿਧਾਨਕ ਤੌਰ ਦੇ ਉੱਪਰ, ਅਸੀਂ ਕਦੀ ਵੀ ਸੰਵਿਧਾਨ ਦੀ ਕਿਸੇ ਚੀਜ਼ ਦੀ ਉਲੰਘਣਾ ਨਹੀਂ ਕਰਦੇ। ਲਿਖਣ ਦਾ ਬੋਲਣ ਦਾ ਅਧਿਕਾਰ ਹੈ, ਸਾਨੂੰ ਸੰਵਿਧਾਨ ਨੇ ਦਿੱਤਾ, ਉਹ ਅਸੀਂ ਆਪਣੀ ਵਰਤੋਂ ਕਰਦੇ ਰਹਾਂਗੇ। ਪਰ ਜਿੱਥੇ ਕਿਸੇ ਨੂੰ ਡਾਊਟ ਹੁੰਦਾ ਉਹਦੀ ਗੱਲ ਸੁਣਾਂਗੇ ਵੀ। ਅਗਲੀ ਗੱਲ ਜਿਹੜੀ ਤੁਸੀਂ ਕੀਤੀ ਸੀ ਸੰਵਿਧਾਨਕ ਤੌਰ ਦੇ ਉੱਪਰ, ਮੈਂ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦਿੱਲੀ ਦੀ ਧਰਤੀ ਦੇ ਉੱਪਰ ਗਲਾਂ ਦੇ ਵਿੱਚ ਟਾਇਰ ਪਾ ਦੇਣੇ, ਕੀ ਇਹ ਸੰਵਿਧਾਨਕ ਸੀ? ਗਨ ਪਾਊਡਰ ਅਵੇਲੇਬਲ ਕਰਵਾਉਣਾ, ਕੀ ਇਹ ਸੰਵਿਧਾਨਕ ਸੀ? ਵੋਟ ਲਿਸਟ ਜਾਰੀ ਕਰਕੇ ਸਿੱਖਾਂ ਦੇ ਘਰਾਂ ਨੂੰ ਬਕਾਇਦਾ ਨਿਸ਼ਾਨਾ ਬਣਾਇਆ ਜਾਣਾ ਵੀ ਇਹ ਸਿੱਖਾਂ ਦਾ ਘਰ ਹੈ, ਕੀ ਇਹ ਸੰਵਿਧਾਨਕ ਸੀ? ਸਾਡੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਕੇ ਸੜਕਾਂ ਤੇ ਦੁਲਾਇਆ ਜਾਣਾ, ਕੀ ਇਹ ਸੰਵਿਧਾਨਕ ਸੀ? ਉਸ ਤੋਂ ਬਾਅਦ ਰਾਜੀਵ ਗਾਂਧੀ ਦਾ ਬਿਆਨ ਆ ਜਾਣਾ, ਜੇ ਕਿਸੇ ਨੇ ਪੁੱਛਣਾ ਵੀ ਆ ਕੀ ਹੋਇਆ, ਕਹਿੰਦੇ ਜਬ ਵੀ ਕੋਈ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਕੀ ਇਹ ਬਿਆਨ ਸੰਵਿਧਾਨਕ ਸੀ? ਤੁਸੀਂ ਆਪਣੀ ਪਾਰਟੀ ਨੂੰ ਪੁੱਛ ਸਕਦੇ ਹੋ ਕਿ ਏਡਾ ਵੱਡਾ ਕਤਲੇਆਮ ਹੋ ਰਿਹਾ ਸੀ, ਇਹਨਾਂ ਸਿੱਖਾਂ ਦਾ ਕੀ ਕਸੂਰ ਸੀ? ਇਹਨਾਂ ਦਾ ਜੂਨ 84 ਨਾਲ ਕੀ ਨਾਤਾ ਸੀ? ਕੀ ਸਿੱਖ ਸਨ ਬਸ? ਇਹਨਾਂ ਦੇ ਨਾਮ ਨਾਲ ਸਿੰਘ ਤੇ ਕੌਰ ਲੱਗਦਾ ਸੀ? ਕਿ ਰਾਜੀਵ ਗਾਂਧੀ ਦਾ ਬਿਆਨ ਗੈਰ ਸੰਵਿਧਾਨਕ, ਗੈਰ ਜ਼ਿੰਮੇਵਾਰ, ਗੈਰ ਮਨੁੱਖਤਾਵਾਦੀ ਨਹੀਂ ਸੀ? ਮੈਂ ਆਸ ਕਰਦਾ ਹਾਂ ਤੁਸੀਂ ਭਾਰਤ ਦੇ ਰਾਸ਼ਟਰਪਤੀ ਸਾਹਿਬ ਨੂੰ ਚਿੱਠੀ ਲਿਖੋਗੇ ਤੇ ਚਿੱਠੀ ਦੇ ਵਿੱਚ ਬਕਾਇਦਾ ਤੁਸੀਂ ਇਹ ਜ਼ਿਕਰ ਮੰਗ ਕਰੋਗੇ ਕਿ ਰਾਜੀਵ ਗਾਂਧੀ ਦਾ ਉਸ ਵੇਲੇ ਦਾ ਦਿੱਤਾ ਹੋਇਆ ਬਿਆਨ ਗੈਰ ਸੰਵਿਧਾਨਕ ਸੀ। ਔਰ ਰਾਜੀਵ ਗਾਂਧੀ ਦੇ ਇੱਕ ਬਿਆਨ ਤੋਂ ਬਾਅਦ ਕਿੱਡਾ ਵੱਡਾ ਕਤਲੇਆਮ ਹੋਇਆ ਪੂਰੇ ਭਾਰਤ ਦੇ ਅੰਦਰ। ਕੀ ਉਹੀ ਨਜ਼ਰੀਆ ਤੁਹਾਡਾ ਰਾਹੁਲ ਗਾਂਧੀ ਦੇ ਪ੍ਰਤੀ ਵੀ ਹੈ? ਮੇਰਾ ਸਵਾਲ ਹੈ, ਕਿਉਂਕਿ ਜਿੰਨੀ ਵੀ ਕਤਲੇਆਮ ਹੋਈ, ਮੈਂ ਕਹਿੰਦਾ ਤੁਸੀਂ ਲੁਧਿਆਣੇ ਦੀ ਗੱਲ ਕਰ ਲਓ, ਮੈਂ ਤੁਹਾਨੂੰ ਲੁਧਿਆਣੇ ਦੇ ਵਿੱਚ ਇੱਥੇ ਕਰਵਾ ਦੇਣਾ। ਤੁਸੀਂ ਗੱਲ ਕੀਤੀ ਮਲਮ ਦੀ, ਆਓ ਪਰ ਮਿਲ ਕੇ ਮਲਮ ਲਾਈਏ। ਭਾਰਤ ਦੇ ਕੋਨੇ-ਕੋਨੇ ਤੋਂ ਸਿੱਖ ਉਜੜ ਕੇ ਲੁਧਿਆਣੇ ਆਏ ਤੇ ਇੱਥੇ ਇਹਨਾਂ ਵਾਸਤੇ MIG ਫਲੈਟਸ ਬਣਾਏ ਗਏ 33 ਗੱਜ ਦੇ। ਦੁਗਰੀ ਦੇ ਵਿੱਚ ਵੀ ਹੈ, ਜਮਾਲਪੁਰ ਕਲੋਨੀ ਦੇ ਵਿੱਚ ਵੀ ਹੈ। ਅਸੀਂ ਜਾਣਦੇ ਹਾਂ, ਜਾ ਕੇ ਤੁਸੀਂ ਵੀ ਜ਼ਰੂਰ ਦੇਖੋ। ਉਹ ਬਣਾਏ ਗਏ, ਉਹ ਉਜੜ ਕੇ, ਉਹਨਾਂ ਦਾ ਕੀ ਕਸੂਰ ਸੀ? ਕਾਰੋਬਾਰ ਖਤਮ ਹੋ ਗਏ, ਅੱਜ ਵੀ ਗਰੀਬੀ ਰੇਖਾ ਤੋਂ ਥੱਲੇ ਆਪਣੀ ਜ਼ਿੰਦਗੀ ਜਿਉ ਰਹੇ ਨੇ। ਕੋਈ ਟੈਂਪੋ ਚਲਾ ਰਿਹਾ, ਕੋਈ ਰਿਕਸ਼ਾ ਚਲਾ ਰਿਹਾ। ਕੀ ਕਸੂਰ ਸੀ ਉਹਨਾਂ ਦਾ? ਭਾਰਤ ਦੇ ਕੋਨੇ-ਕੋਨੇ ਤੋਂ ਉਜੜ ਕੇ ਆਏ। ਉਜੜਨ ਦਾ ਕਾਰਨ ਕੀ ਸੀ? ਰਾਜੀਵ ਗਾਂਧੀ ਦੇ ਬਿਆਨ ਤੋਂ ਬਾਅਦ ਹੋਏ ਦੰਗੇ। ਕੀ ਕਾਂਗਰਸ ਪਾਰਟੀ ਸਿੱਧੇ ਰੂਪ ਦੇ ਅੰਦਰ ਇਹਨਾਂ ਦੰਗਿਆਂ ਦੇ ਵਿੱਚ ਸ਼ਾਮਲ ਨਹੀਂ ਸੀ? ਕੀ ਤੁਸੀਂ ਜਵਾਬ ਦੇ ਸਕਦੇ ਹੋ? ਮਲਮ ਲਾਉਣ ਦੀ ਆਪਾਂ ਗੱਲ ਕਰਦੇ ਹਾਂ, ਆਓ ਰਲ ਮਿਲ ਕੇ ਆਪਾਂ ਮਲਮ ਲਾਈਏ। ਅਸੀਂ ਤਾਂ ਲਗਾਤਾਰ ਮਲਮ ਲਾ ਰਹੇ ਹਾਂ। ਜੇ ਕੋਈ ਸੱਜਣ ਕਹਿੰਦਾ ਵੀ ਮੇਰੇ ਅੰਦਰ ਇਹ ਜਜ਼ਬਾਤ ਹਨ, ਅਸੀਂ ਉਹਨੂੰ ਆਪਣੀ ਗੱਲ ਰੱਖਣ ਦਾ ਐਜ਼ ਏ ਮੀਡੀਆ ਐਂਕਰ ਅਧਿਕਾਰ ਦੇਣੇ ਹਾਂ। ਭਾਈ ਤੁਸੀਂ ਗੱਲ ਰੱਖ ਸਕਦੇ ਹੋ।
ਪਰ ਗੈਸਟ ਦੀ ਕੀਤੀ ਹੋਈ ਹਰ ਗੱਲ ਦਾ ਜਵਾਬ ਦੇ ਐਂਕਰ ਤੇ ਚੈਨਲ ਨਹੀਂ ਹੁੰਦਾ। ਤੀਜੀ ਰਹੀ ਗੱਲ, ਛੋਟੀ ਜਿਹੀ ਮੈਂ ਕਹਿ ਕੇ ਤੇ ਵਿਸ਼ੇ ਨੂੰ ਸੰਕੋਚ ਲਵਾਂ। ਉਹ ਜਿਹੜੇ ਪਰਿਵਾਰ ਲੁਧਿਆਣੇ ਦੇ ਵਿੱਚ ਆਏ ਨੇ, ਜਿਨ੍ਹਾਂ ਨੂੰ ਦੰਗਾ ਪੀੜਤ ਕਲੋਨੀ ਕਹਿ ਦਿੱਤਾ ਜਾਂਦਾ ਹੈ, ਭਾਵੇਂ ਉਹ ਮੈਂ ਦੰਗੇ ਸ਼ਬਦ ਨਹੀਂ ਕਹਿੰਦਾ, ਇਹ ਸਿੱਖ ਨਸਲਕੁਸ਼ੀ ਸੀ ਜੋ ਪ੍ਰੀ ਪਲਾਨਡ ਹੋਈ। ਕੀ ਇਤਨਾ ਵੱਡਾ ਕਤਲੇਆਮ ਹੋ ਗਿਆ ਰਾਜੀਵ ਦੇ ਬਿਆਨ ਤੋਂ ਬਾਅਦ? ਜੇ ਰਛਪਾਲ ਸਿੰਘ ਛੰਦੜਾ ਦੇ ਬਾਰੇ ਇਹ ਨਜ਼ਰੀਆ ਹੈ ਤੇ ਉਹੀ ਉਹਨਾਂ ਦੇ ਬੇਟੇ ਵਿੱਚੋਂ ਵੇਖਿਆ ਜਾ ਰਿਹਾ ਹੈ, ਤੇ ਰਾਜੀਵ ਦੇ ਬੇਟੇ ਰਾਹੁਲ ਗਾਂਧੀ ਪ੍ਰਤੀ ਕੀ ਬਿਆਨ ਨੇ, ਸਥਿਤੀ ਜ਼ਰੂਰ ਸਪਸ਼ਟ ਕਰ ਦਿਆਂਗੇ ਤਾਂ ਕਿ ਸਾਨੂੰ ਵੀ ਪਤਾ ਲੱਗ ਜਾਵੇਗਾ ਵੀ ਤੁਸੀਂ ਸੱਚਮੁੱਚ ਮਨੁੱਖਤਾਵਾਦੀ ਹੋ। ਔਰ ਮੈਂ ਆਸ ਕਰਦਾ ਹਾਂ ਕਿ ਸਾਡੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਸਾਨੂੰ ਰਿਪਲਾਈ ਜ਼ਰੂਰ ਕਰੋਗੇ, ਪਰ ਅਸੀਂ ਜੋ ਪੱਖ ਰੱਖਣਾ ਸੀ ਥੋੜੇ ਸਮੇਂ ਦੇ ਵਿੱਚ ਆਪਣਾ ਪੱਖ ਰੱਖ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਦੂਜੀ ਮੈਂ ਬੇਨਤੀ ਇੱਕ ਹੋਰ ਕਰਦੇ ਹਾਂ, ਜਿਸ ਅਕਾਲ ਚੈਨਲ ਦੇ ਉੱਪਰ ਤੁਸੀਂ ਉਂਗਲ ਚੁੱਕੀ ਸੀ, ਉਹ ਅਕਾਲ ਚੈਨਲ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਕਰੀਬ ਅੱਜ ਤੋਂ 7 ਸਾਲ ਪਹਿਲਾਂ ਆਰੰਭ ਹੁੰਦਾ ਹੈ। ਅਕਾਲ ਚੈਨਲ ਦੇ ਮਾਲਕ ਨੇ ਆਪਣਾ ਸਾਰਾ ਕੁਝ ਅਕਾਲ ਚੈਨਲ ਦੇ ਉੱਪਰ ਲਾਤਾ। ਇਹ ਵੀ ਨਹੀਂ ਆਸ ਰੱਖੀ ਵੀ ਮੈਨੂੰ ਬਦਲੇ ਵਿੱਚ ਕੁਝ ਆਵੇ। ਉਹ ਕਹਿੰਦੇ ਕੌਮ ਦੀ ਸੇਵਾ ਹੈ ਚੱਲਦੀ ਰੱਖੇਗੀ। ਉਹ ਚੈਨਲ ਦੇ ਪ੍ਰਤੀ ਐਸੀ ਭਾਵਨਾ ਮਨ ਦੇ ਵਿੱਚ ਨਾ ਰੱਖੋ। ਅਰਦਾਸ ਕਰੋ ਕਿ ਸਾਡਾ ਐਸਾ ਚੈਨਲ ਹੋਵੇ ਜਿਹੜਾ ਕੱਲਾ ਸਿੱਖਾਂ ਦਾ ਨਹੀਂ, ਮਾਨਵਤਾ ਦਾ ਚੈਨਲ ਹੋਵੇ। ਉਹਦੇ ਤੇ ਹਰ ਸੱਜਣ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੋਵੇ। ਸਾਡੇ ਚੈਨਲ ਤੇ ਹਿੰਦੂ ਵੀ ਆਉਂਦਾ, ਸਾਡੇ ਚੈਨਲ ਤੇ ਮੁਸਲਮਾਨ ਵੀ ਆਉਂਦਾ, ਬੋਧੀ ਜੈਨੀ ਈਸਾਈ ਵੀ ਆਉਂਦਾ। ਸਾਰੇ ਵੀਰ ਆ ਕੇ ਆਪਣਾ ਦਰਦ, ਕਿਸਾਨ ਭਰਾ ਵੀ ਆਉਂਦੇ ਨੇ, ਆਪੋ ਆਪਣਾ ਦਰਦ ਰੱਖ ਦਿੰਦੇ ਨੇ। ਸੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹੁੰਦਾ ਹਾਂ, ਕਿਉਂਕਿ ਦਰਸ਼ਕੋ ਤੁਹਾਨੂੰ ਦੱਸਣਾ ਬੜਾ ਜ਼ਰੂਰੀ ਸੀ ਕਿ ਇਹ ਮੈਟਰ ਆਇਆ ਹੈ, ਉਹਦਾ ਰਿਪਲਾਈ ਦੇਣਾ ਮੇਰੇ ਲਈ ਜ਼ਰੂਰੀ ਸੀ। ਸੋ ਮੈਂ ਆਪਣੀ ਸੋਚ ਦੇ ਮੁਤਾਬਕ ਰਿਪਲਾਈ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।